ਬਾਜ਼ਾਰਵਾਦ ਦਾ ਮਤਲਬ ਇਹ ਹੁੰਦਾ ਕਿ ਉਹ ਇਹਨੂੰ ਵੀ ਇੱਕ ਨਫਾ ਕਮਾਉਣ ਵਾਲੇ ਧੰਦੇ ਦੇ ਰੂਪ ਦੇ ਵਿੱਚ ਦੇਖਦੇ ਨੇ। ਲੇਕਿਨ ਮੋਦੀ ਇਹ ਕਹਿਣਾ ਚਾਹੁੰਦਾ, ਕਿਉਂਕਿ ਮੋਦੀ ਦੇ ਗਿਆ ਹੋਇਆ ਸਿੱਧੀ ਉਂਗਲੀ ਕਿਉਂ, ਕਿਉਂਕਿ ਜਿੰਨੇ ਵੀ ਉਹਨੇ ਹੁਣ ਤੱਕ ਕਾਨੂੰਨ ਪਾਸ ਕੀਤੇ ਉਹਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਹੁਣ ਇਹਨਾਂ ਨੂੰ ਇਹ ਸੀ ਕਿ ਚਲੋ ਕਰੋਨਾ ਦਾ ਪੀੜ ਆ, ਲਾਕਡਾਊਨ ਦੇ ਪੀੜ ਦੇ ਵਿੱਚ ਅਸੀਂ ਇਹਨੂੰ ਇਹੋ ਜਿਹੇ ਆਰਡੀਨੈਂਸ ਲਿਆ ਕੇ ਲੋਕਾਂ ਦਾ ਵਿਰੋਧ ਨਹੀਂ ਉੱਠੂਗਾ, ਔਰ ਇਹਦੇ ਕਰਕੇ ਅਸੀਂ ਮਤਲਬ ਇਹ ਕਾਨੂੰਨ ਲੈ ਆਏ। ਔਰ ਇਸ ਕਰਕੇ ਕਿਸਾਨ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਵਿਕਾਸ ਵਿਰੋਧੀ ਨਹੀਂ ਹੈਗੇ। ਤੁਸੀਂ ਆਪ ਹੀ ਸਮਝੋ ਕਿ ਰਾਸ਼ਟਰਪਤੀ ਨੂੰ ਕੀ ਕੰਮ ਆ, ਕੋਈ ਕੰਮ ਹੀ ਨਹੀਂ, ਉਹ ਵਿਹਲੇ ਹੀ ਆ, ਉਹ ਹਰ ਸਮੇਂ ਲੋਕਾਂ ਨੂੰ ਮਿਲਣ ਲਈ ਆ, ਔਰ ਉਹ ਇੱਕ ਚੁਣੀ ਹੋਈ ਸਰਕਾਰ ਦੇ ਨੁਮਾਇੰਦੇ ਨੂੰ ਮਿਲਣ ਲਈ ਵੀ ਤਿਆਰ ਨਹੀਂ। ਸੈਂਟਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਭਾਰਤ ਦੀਆਂ 500 ਤੋਂ ਜ਼ਿਆਦਾ ਜਥੇਬੰਦੀਆਂ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ। ਚੱਕਾ ਜਾਮ ਦਾ ਐਲਾਨ ਕੀਤਾ ਗਿਆ 12 ਵਜੇ ਤੋਂ ਲੈ ਕੇ 5 ਵਜੇ ਤੱਕ। ਅੱਜ ਅਸੀਂ ਖੜੇ ਹਾਂ ਨਾਭਾ ਦੇ ਰੋਟੀ ਪੁਲਾਂ ਤੇ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਵੱਲੋਂ ਚੱਕਾ ਜਾਮ ਕੀਤਾ ਗਿਆ। ਸਾਡੇ ਨਾਲ ਕਿਸਾਨ ਨੇ ਸੁਖਦੇਵ ਸਿੰਘ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪੰਜਾਬੀ ਲੋਕ। ਧੰਨਵਾਦ ਜੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਸੈਂਟਰ ਸਰਕਾਰ ਵੱਲੋਂ ਕਾਨੂੰਨ ਲਿਆਂਦੇ ਗਏ ਨੇ? ਕਿਸਾਨ ਜਥੇਬੰਦੀਆਂ ਤੇ ਕਿਸਾਨ ਵਿਰੋਧ ਕਰ ਰਹੇ ਨੇ, ਪਰ ਸੈਂਟਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਅਸਲ ਦੇ ਵਿੱਚ ਪਹਿਲੀ ਗੱਲ ਤਾਂ ਜੇ ਨਾ ਅਸੀਂ ਕਾਨੂੰਨਾਂ ਨੂੰ ਸਮਝਣਾ ਤਾਂ ਉਹਦੇ ਲਈ ਇੱਕ ਗੱਲ ਜ਼ਰੂਰੀ ਆ ਕਿ ਸੈਂਟਰ ਸਰਕਾਰ ਔਰ ਦੁਨੀਆ ਦੀਆਂ ਕਾਰਪੋਰੇਟ ਕੰਪਨੀਆਂ, ਪੂਰੇ ਕਾਰਪੋਰੇਟ ਘਰਾਣੇ ਉਹ ਖੇਤੀ ਨੂੰ ਬਾਜ਼ਾਰਵਾਦ ਦੇ ਹਵਾਲੇ ਕਰਨਾ ਚਾਹੁੰਦੇ ਨੇ। ਬਾਜ਼ਾਰਵਾਦ ਦਾ ਮਤਲਬ ਇਹ ਹੁੰਦਾ ਕਿ ਉਹ ਇਹਨੂੰ ਵੀ ਇੱਕ ਨਫਾ ਕਮਾਉਣ ਵਾਲੇ ਧੰਦੇ ਦੇ ਰੂਪ ਦੇ ਵਿੱਚ ਦੇਖਦੇ ਨੇ। ਕਿਉਂਕਿ ਹੁਣ ਤੱਕ ਜਿੰਨੇ ਵੀ ਬੜੇ ਸੈਕਟਰ ਨੇ ਸਾਡੇ ਸਮਾਜ ਦੇ, ਉਹਨਾਂ ਤੇ ਕਰੀਬ ਕਾਰਪੋਰੇਟ ਦਾ ਕਬਜ਼ਾ ਹੋ ਚੁੱਕਿਆ। ਲੇਕਿਨ ਸਿਰਫ ਫੂਡ ਇੱਕ ਐਸਾ ਸੈਕਟਰ ਆ ਜਿਹਦੇ ਤੇ ਹਜੇ ਕਾਰਪੋਰੇਟ ਦਾ ਪੂਰੀ ਤਰ੍ਹਾਂ ਕਬਜ਼ਾ ਨਹੀਂ ਹੋਇਆ। ਕਬਜ਼ਾ ਤਾਂ ਉਹਨਾਂ ਦਾ ਹੈ ਅੱਜ ਵੀ, ਲੇਕਿਨ ਪੂਰੀ ਤਰ੍ਹਾਂ ਕਬਜ਼ਾ ਨਹੀਂ ਹੋਇਆ। ਲੇਕਿਨ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਫੂਡ ਇੱਕ ਐਸਾ ਸੈਕਟਰ ਆ ਜਿਹਦੇ ਬਗੈਰ ਚੱਲ ਨਹੀਂ ਸਕਦਾ ਕੰਮ, ਕਿਉਂਕਿ ਕੋਈ ਵੀ ਇਨਸਾਨ ਆ ਉਹਨੂੰ 2 ਵਾਰ ਜਾਂ 3 ਵਾਰ ਖਾਣਾ ਹੀ ਪੈਣਾ। ਅਗਰ ਨਹੀਂ ਖਾਂਦਾ ਤਾਂ ਉਹਦਾ ਸਰੀਰ ਹੀ ਨਹੀਂ ਚੱਲ ਸਕਦਾ। ਇਸ ਕਰਕੇ ਉਹ ਇਹਨੂੰ ਪ੍ਰੋਫਿਟੇਬਲ ਐਂਗਲ ਤੋਂ ਦੇਖਣਾ ਚਾਹੁੰਦੇ ਨੇ ਕਿ ਫੂਡ ਤੇ ਕਬਜ਼ਾ ਕਿਵੇਂ ਕਰੀਏ। ਔਰ ਇਸੇ ਕਰਕੇ ਹੀ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਜਾਂ ਕਾਰਪੋਰੇਟ ਘਰਾਣੇ ਨੇ ਜਿਹੜੇ, ਉਹਨਾਂ ਦਾ ਸਾਡੀ ਮੋਦੀ ਸਰਕਾਰ ਤੇ ਸੈਂਟਰਲ ਗਵਰਨਮੈਂਟ ਤੇ ਇੱਕ ਪ੍ਰੈਸ਼ਰ ਆ। ਉਹਨਾਂ ਦੇ ਪ੍ਰੈਸ਼ਰ ਥੱਲੇ ਹੀ ਇਹ ਕਾਨੂੰਨ ਆਏ ਨੇ। ਔਰ ਇਹਨਾਂ ਕਾਨੂੰਨਾਂ ਦੀ ਸਿਫਾਰਿਸ਼ ਵੀ ਜਿਹੜੀਆਂ ਇਹਨਾਂ ਨੇ ਬੜੀਆਂ ਕਮੇਟੀਆਂ ਬਣਾਈਆਂ, ਜਿਵੇਂ ਇਹਨਾਂ ਨੇ ਪਹਿਲਾਂ ਸ਼ਾਂਤਾ ਕੁਮਾਰ ਕਮੇਟੀ ਬਣਾਈ 2004 ਦੇ ਵਿੱਚ, ਔਰ ਇਹਨਾਂ ਕਾਨੂੰਨਾਂ ਦੀ ਰਿਕਮੈਂਡੇਸ਼ਨ ਸਵਾਮੀਨਾਥਨ ਨੇ ਵੀ ਕੀਤੀ ਹੋਈ ਆ। ਔਰ ਇਹ ਉਹਨਾਂ ਦੀ ਰਿਕਮੈਂਡੇਸ਼ਨ ਤੇ ਹੀ ਚੱਲਦੇ ਨੇ। ਔਰ ਜਿਹਦੇ ਕਰਕੇ ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਅਗਰ ਅਸੀਂ ਅੱਜ ਪਿੱਛੇ ਹਟਦੇ ਹਾਂ ਤਾਂ ਫਿਰ ਕਾਰਪੋਰੇਟ ਕੰਪਨੀਆਂ ਨੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫੰਡ ਨਹੀਂ ਦੇਣੇ। ਜੇ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ਰੋਕ ਕੇ ਗਏ ਸੀਗੇ, ਸਮੇਂ ਨੂੰ ਦੇਖਦੇ ਹੋਏ ਉਹਨਾਂ ਨੇ ਟਰੈਕ ਖਾਲੀ ਕਰਤੇ, ਪਰ ਮੋਦੀ ਵੱਲੋਂ ਕਿਹਾ ਗਿਆ ਵੀ ਅਸੀਂ ਟ੍ਰੇਨਾਂ ਨਹੀਂ ਚਲਾਵਾਂਗੇ। ਤੁਸੀਂ ਕਿਸ ਤਰ੍ਹਾਂ ਦੇ? ਨਹੀਂ, ਇਹ ਤਾਂ ਉਹੀ ਗੱਲ ਆ ਨਾ ਕਿ ਕਿਸਾਨਾਂ ਨੇ ਤਾਂ ਸਮਝਿਆ ਕਿ ਅਗਰ ਸਾਡੇ ਟਰੈਕ ਰੋਕਣ ਨਾਲ ਪੰਜਾਬ ਦਾ ਜਾਂ ਪੰਜਾਬ ਦੇ ਸਮਾਜ ਦਾ, ਸਾਡੇ ਸਮਾਜ ਦਾ ਕੋਈ ਨੁਕਸਾਨ ਹੁੰਦਾ ਜਾਂ ਸਾਨੂੰ ਉਹ ਬਦਨਾਮ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ, ਤਾਂ ਕਿਸਾਨਾਂ ਨੇ ਕਹਿਤਾ ਕਿ ਠੀਕ ਆ, ਅਸੀਂ ਖਾਲੀ ਕਰ ਦਿੰਦੇ ਹਾਂ, ਅਸੀਂ ਕਿਉਂ ਬਦਨਾਮ ਹੋਣਾ। ਕਿਉਂਕਿ ਸਟਰਗਲ ਦੇ ਬਹੁਤ ਸਾਰੇ ਰੂਪ ਨੇ, ਕੱਲਾ ਮਤਲਬ ਰੇਲਾ ਰੋਕਣਾ ਇੱਕ ਰੂਪ ਨਹੀਂ ਹੈਗਾ। ਸਟਰਗਲ ਦੀਆਂ ਮਤਲਬ ਬਹੁਤ ਸਾਰੀਆਂ ਫਾਰਮਾਂ ਨੇ, ਇਹ ਇੱਕ ਫਾਰਮ ਛੱਡ ਕੇ ਨਵੀਂ ਫਾਰਮ ਅਪਣਾਈ ਜਾ ਸਕਦੀ ਆ। ਲੇਕਿਨ ਮੋਦੀ ਇਹ ਕਹਿਣਾ ਚਾਹੁੰਦਾ, ਕਿਉਂਕਿ ਮੋਦੀ ਦੇ ਗਿਆ ਹੋਇਆ ਸਿੱਧੀ ਉਂਗਲੀ ਕਿਉਂ, ਕਿਉਂਕਿ ਜਿੰਨੇ ਵੀ ਉਹਨੇ ਹੁਣ ਤੱਕ ਕਾਨੂੰਨ ਪਾਸ ਕੀਤੇ ਉਹਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਜਿਵੇਂ ਇਹਨੇ GST ਆਪਣਾ ਪਹਿਲਾਂ ਇਹਨੇ ਉਹ ਲਿਆਂਦੀ, ਨੋਟਬੰਦੀ ਕੀਤੀ, ਨੋਟਬੰਦੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਵਿਰੋਧ ਹੀ ਨਹੀਂ ਹੋਇਆ। ਔਰ ਉਸ ਤੋਂ ਬਾਅਦ ਇਹਨੇ GST ਲੈ ਆਇਆ, ਉਹਦਾ ਵੀ ਕੋਈ ਖਾਸ ਵਿਰੋਧ ਨਹੀਂ ਹੋਇਆ। ਔਰ ਉਦੋਂ ਬਾਅਦ ਇਹ ਜਦੋਂ CAA ਲੈ ਕੇ ਆਇਆ ਤਾਂ ਉਹਦਾ ਵਿਰੋਧ ਹੋਇਆ। ਔਰ ਉਦੋਂ ਬਾਅਦ ਜਦੋਂ ਇਹ 370 ਧਾਰਾ ਤੋੜੀ ਇਹਨਾਂ ਨੇ ਕਸ਼ਮੀਰ ਦੀ, ਉਹਦਾ ਵੀ ਕਿਸੇ ਨੇ ਕੋਈ ਹਿੰਦੁਸਤਾਨ ਦੇ ਵਿੱਚ ਵਿਰੋਧ ਨਹੀਂ ਹੋਇਆ। ਹੁਣ ਇਹਨਾਂ ਨੂੰ ਇਹ ਸੀ ਕਿ ਚਲੋ ਕਰੋਨਾ ਦਾ ਪੀੜ ਆ,
ਲੋਕਡਾਊਨ ਦੇ ਪੀਰੀਅਡ ਦੇ ਵਿੱਚ ਅਸੀਂ ਇਹਨੂੰ ਐਜ ਏ ਆਰਡੀਨੈਂਸ ਲਿਆ ਕੇ ਲੋਕਾਂ ਦਾ ਵਿਰੋਧ ਨਹੀਂ ਉੱਠੂਗਾ ਔਰ ਇਹਦੇ ਕਰਕੇ ਅਸੀਂ ਮਤਲਬ ਇਹ ਕਾਨੂੰਨ ਲੈ ਆਏ ਔਰ ਇਸ ਕਰਕੇ ਕਿਸਾਨ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਵਿਕਾਸ ਵਿਰੋਧੀ ਨਹੀਂ ਹੈਗੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਅਮਨ ਅਮਾਨ ਰਹੇ, ਵਿਕਾਸ ਹੋਵੇ, ਕਿਸਾਨਾਂ ਦਾ ਇਹ ਮੁੱਦਾ ਹੈ। ਇਹ ਉਹਨਾਂ ਨੂੰ ਸਿਰਫ ਬਦਨਾਮ ਕਰਨ ਲਈ ਉਹਨਾਂ ਨੇ ਕੀਤਾ ਸੀ, ਜਿਹਦਾ ਕਾਊਂਟਰ ਦੇ ਵਿੱਚ ਕਿਸਾਨਾਂ ਨੇ ਟਰੈਕ ਖਾਲੀ ਕਰਕੇ ਜਵਾਬ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੀਟਿੰਗ ਦੀ ਮੰਗ ਕੀਤੀ ਜਾਂਦੀ ਹੈ, ਉਹਨਾਂ ਨੇ ਸਵੀਕਾਰ ਨਹੀਂ ਕੀਤੀ, ਕੀ ਕਹੇਂਗੇ ਉਹ? ਨਹੀਂ, ਉਹ ਤਾਂ ਇਹ ਆ ਕਿ ਜੇ ਕੋਈ ਚੁਣਿਆ ਹੋਇਆ ਨੁਮਾਇੰਦਾ ਕਿਸੇ ਸਟੇਟ ਦਾ ਰਾਸ਼ਟਰਪਤੀ ਤੋਂ ਟਾਈਮ ਮੰਗਦਾ ਤਾਂ ਉਹ ਵਿਹਲੇ ਹੀ ਆ ਯਾਰ, ਉਹਨਾਂ ਕੰਮ ਕੀ ਆ? ਰਾਸ਼ਟਰਪਤੀ ਕੋਲੇ ਕੋਈ ਕੰਮ ਹੀ ਨਹੀਂ, ਉੱਥੇ ਤਾਂ ਕੋਈ ਮਤਲਬ ਮਸੀਂ ਜਾਂਦਾ ਨਾ ਮਿਲਣ। ਇਹ ਸਿਰਫ ਇਹ ਆ ਕਿ ਮਤਲਬ ਸਰਕਾਰ ਦਾ ਪ੍ਰੈਸ਼ਰ ਆ ਆਪਣਾ ਰਾਸ਼ਟਰਪਤੀ ਤੇ, ਜਿਹਦੇ ਕਰਕੇ ਉਹਨੇ ਟਾਈਮ ਹੀ ਨਹੀਂ ਦਿੱਤਾ। ਨਹੀਂ, ਪਹਿਲਾਂ ਤੁਸੀਂ ਆਪ ਹੀ ਸਮਝੋ ਕਿ ਰਾਸ਼ਟਰਪਤੀ ਨੂੰ ਕੀ ਕੰਮ ਆ? ਕੋਈ ਕੰਮ ਹੀ ਨਹੀਂ, ਉਹ ਵਿਹਲੇ ਹੀ ਆ, ਉਹ ਹਰ ਸਮੇਂ ਲੋਕਾਂ ਨੂੰ ਮਿਲਣ ਲਈ ਆ ਔਰ ਉਹ ਇੱਕ ਚੁਣੀ ਹੋਈ ਸਰਕਾਰ ਦੇ ਨੁਮਾਇੰਦੇ ਨੂੰ ਮਿਲਣ ਲਈ ਵੀ ਤਿਆਰ ਨਹੀਂ। ਇਹਦਾ ਮਤਲਬ ਇਹ ਕੋਈ ਚੰਗੀ ਗੱਲ ਥੋੜੀ ਆ। ਤੁਹਾਨੂੰ ਕਿੱਦਾਂ ਲੱਗਦਾ ਹੈ ਪੂਰੇ ਪੰਜਾਬ ਦੀ ਬੇਇੱਜ਼ਤੀ ਨਹੀਂ, ਪੂਰੇ ਪੰਜਾਬ ਦੇ ਜੋ ਨੁਮਾਇੰਦਾ ਚੁਣਿਆ ਗਿਆ ਉਹਨੇ ਇੱਕ ਮੰਗ ਕੀਤੀ ਟਾਈਮ ਲਾਈਨ ਦੀ, ਪੂਰੇ ਪੰਜਾਬ ਨਾਲ ਵਿਤਕਰਾ ਕੀਤਾ ਗਿਆ? ਨਹੀਂ, ਉਹਦੇ 'ਚ ਦੇਖੋ ਕੋਈ ਇੱਜ਼ਤ ਬੇਇੱਜ਼ਤੀ ਵਾਲਾ ਸਵਾਲ ਮੈਂ ਇਹਨੂੰ ਨਹੀਂ ਸਮਝਦਾ। ਮੈਂ ਇਹਨੂੰ ਇਹ ਸਮਝਦਾ ਕਿ ਇਹ ਉਹਨਾਂ ਦਾ ਇੱਕ ਅਨਡੈਮੋਕ੍ਰੈਟਿਕ ਐਕਟ ਆ, ਸੈਂਟਰ ਗਵਰਨਮੈਂਟ ਦਾ ਵੀ ਔਰ ਰਾਸ਼ਟਰਪਤੀ ਭਵਨ ਦਾ ਵੀ। ਮਤਲਬ ਕੋਈ ਵੀ ਜਿਹੜਾ ਅਨਡੈਮੋਕ੍ਰੈਟਿਕ ਐਕਟ ਹੁੰਦਾ ਉਹ ਪਬਲਿਕ ਦੇ ਪੱਖ ਦੇ ਵਿੱਚ ਨਹੀਂ ਹੁੰਦਾ, ਉਹ ਸਮਾਜ ਦੇ ਪੱਖ ਦੇ ਵਿੱਚ ਨਹੀਂ ਹੁੰਦਾ। ਰਾਜਨੀਤਿਕ ਪਾਰਟੀਆਂ ਨੂੰ ਕਿੱਦਾਂ ਦੇਖਦੇ ਹੋ? ਬਾਦਲ ਸਾਹਿਬ ਵੱਲੋਂ ਵੀ, ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਅਸਤੀਫਾ ਦਿੱਤਾ ਗਿਆ, ਗੱਠਜੋੜ ਵੀ ਤੋੜ ਲਿਆ ਤੇ ਕੈਪਟਨ ਸਾਹਿਬ ਵੱਲੋਂ ਕੱਲ ਧਰਨਾ ਵੀ ਦਿੱਤਾ ਗਿਆ ਜੰਤਰ ਮੰਤਰ ਤੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਗੱਲ ਤਾਂ ਇਹ ਆ ਕਿ ਅਗਰ ਬਾਦਲ ਜਿਹੜਾ ਗਰੁੱਪ ਆ ਉਹ ਸਰਕਾਰ ਚੋਂ ਬਾਹਰ ਆਇਆ, ਇਹ ਇੱਕ ਚੰਗੀ ਗੱਲ ਆ। ਲੋਕਾਂ ਦੀ ਮੰਗ ਵੀ ਇਹ ਸੀ ਕਿ ਉਹ ਐਨਡੀਏ ਚੋਂ ਬਾਹਰ ਆਵੇ। ਇਹ ਕੋਈ ਮਾੜਾ ਕੰਮ ਨਹੀਂ, ਉਹਨਾਂ ਦਾ ਚੰਗਾ ਕੰਮ ਹੀ ਆ। ਲੇਕਿਨ ਕੁੱਲ ਮਿਲਾ ਕੇ ਅਸੀਂ ਪਾਰਟੀਆਂ ਦੇ ਰੋਲ ਨੂੰ ਜੇ ਦੇਖਦੇ ਹਾਂ, ਉਹ ਇਹ ਆ ਕਿ ਪਾਰਟੀਆਂ ਸਿਰਫ ਜਿਹੜੀਆਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਉਹ ਜਿੰਨੇ ਵੀ ਆਪਣੇ ਦਾਅ ਪੇਚ ਘੜ ਰਹੀਆਂ ਨੇ, ਉਹ ਸਿਰਫ ਤੇ ਸਿਰਫ 2022 ਦੀ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਘੜ ਰਹੀਆਂ ਨੇ। ਉਹਨਾਂ ਦਾ ਪੰਜਾਬ ਦੇ ਵਿਕਾਸ ਦੇ ਨਾਲ, ਉਹਨਾਂ ਦਾ ਕਿਸਾਨ ਹਿੱਤਾਂ ਦੇ ਨਾਲ, ਉਹਨਾਂ ਦਾ ਪੰਜਾਬ ਦੇ ਵਪਾਰੀਆਂ ਦੇ ਨਾਲ, ਉਹਨਾਂ ਦਾ ਪੰਜਾਬ ਦੇ ਨੌਜਵਾਨਾਂ ਨਾਲ, ਰੁਜ਼ਗਾਰ ਨਾਲ ਕੋਈ ਵਾਸਤਾ ਨਹੀਂ ਹੈਗਾ। ਜਿੱਦਾਂ ਕਹਿ ਰਹੇ ਨੇ ਬਲੈਕ ਆਊਟ ਦਾ ਖਤਰਾ ਹੈ ਪੰਜਾਬ ਤੇ, ਬਿਜਲੀ ਠੱਪ ਹੋ ਜਾਣੀ ਆ ਤੇ ਕੋਲਾ ਖਤਮ ਹੋ ਗਿਆ, ਕੀ ਕਹੇਂਗੇ ਉਹ? ਨਹੀਂ, ਦੇਖੋ, ਇਹ ਆ ਕਿ ਬਲੈਕ ਆਊਟ ਤਾਂ ਹੋ ਸਕਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਲੇਕਿਨ ਜਦੋਂ ਸਾਡੀ ਸੈਂਟਰ ਗਵਰਨਮੈਂਟ ਸਾਨੂੰ ਹਨੇਰੇ 'ਚ ਰੱਖਣਾ ਚਾਹੁੰਦੀ ਆ, ਮਤਲਬ ਸਾਨੂੰ ਤਾਂ ਫਿਰ ਇਹੀ ਆ ਨਾ, ਫਿਰ ਹੋਰ ਸਾਡੇ ਕੋਲੇ ਰਸਤਾ ਵੀ ਕੀ ਆ? ਹੁਣ ਫਿਰ ਉਹੀ ਲਾਲਟੈਨਾਂ ਤੇ ਦੀਵਿਆਂ ਤੇ ਲੋਕ ਆ ਜਾਣਗੇ। ਘਰ ਦੇ ਵਿੱਚ ਥੋੜਾ ਜਿਹਾ ਇਹੀ ਆ ਵੀ ਆਪਾਂ ਥੋੜਾ ਜਿਹਾ ਰੋਟੀ ਟੁੱਕ ਸਦੇਹਾਂ ਕਰ ਲਿਆ ਕਰਾਂਗੇ ਯਾਰ, ਉਹਦੇ ਨਾਲ ਕਿੰਨਾ ਕੁ ਫਰਕ ਪੈਣ ਲੱਗਿਆ। ਸਰੋਂ ਦੇ ਤੇਲ ਸਭ ਦੇ ਘਰੇ ਹੈਗਾ, ਸਰੋਂ ਦੇ ਆ ਹੁਣ ਦੀਵਾਲੀ ਆ ਗਈ, ਚੂੰਗੜੇ ਸਾਰਿਆਂ ਦੇ ਘਰਾਂ 'ਚ ਆ ਗਏ ਔਰ ਚੂੰਗੜੇ ਸਾਂਭ ਕੇ ਰੱਖ ਲਾਂਗੇ, ਉਹਦੇ ਨਾਲ ਚਾਨਣ ਕਰ ਲਿਆ ਕਰਾਂਗੇ, ਹੋਰ ਕੀ ਆ। ਲੇਕਿਨ ਇਹਦੇ ਪਿੱਛੇ ਮਤਲਬ ਇਹਦੇ ਪਿੱਛੇ ਮੋਦੀ ਸਰਕਾਰ ਦੇ ਮੂਹਰੇ ਸਰੈਂਡਰ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਆ, ਡੀਏਪੀ ਨਹੀਂ ਮਿਲ ਰਿਹਾ, ਅੱਗੇ ਯੂਰੀਏ ਦੀ ਵੀ ਘਾਟ ਆ ਰਹੀ ਆ, ਅੱਗੇ ਤੁਹਾਨੂੰ ਲੱਗਦਾ ਨਹੀਂ ਵੀ ਕਿਸਾਨਾਂ ਨੂੰ ਵੀ ਇਹਦਾ ਕਾਫੀ ਅਸਰ ਪੈਣਾ ਹੈ? ਦੇਖੋ, ਜਿਹੜਾ ਮੇਰਾ ਜਾਤੀ ਵਿਚਾਰ ਆ, ਮੇਰਾ ਜਾਤੀ ਵਿਚਾਰ ਇਹ ਆ ਕਿ ਪੰਜਾਬ ਦੀ ਧਰਤੀ ਦੇ ਵਿੱਚ ਡੀਏਪੀ ਪਹਿਲਾਂ ਹੀ ਐਕਸੈਸ ਆ, ਪਹਿਲਾਂ ਹੀ ਵਾਧੂ ਆ। ਦੇਖੋ ਨਾ, ਪਹਿਲਾਂ ਇਹੀ ਸਾਡੀ ਜਿਹੜੀ ਯੂਨੀਵਰਸਿਟੀ ਸੀ, ਇਹ ਦੋਨਾਂ ਫਸਲਾਂ ਸਾਥੋਂ ਡੀਏਪੀ ਪਵਾਉਂਦੀ ਸੀ। ਹੁਣ ਇਹਨਾਂ ਦੀ ਸਿਫਾਰਿਸ਼ ਆ ਗਈ ਵੀ ਨਹੀਂ, ਸਾਲ 'ਚ ਇੱਕ ਫਸਲ 'ਚ ਪਾਓ, ਚਾਹੇ ਹਾੜੀ 'ਚ ਪਾ ਲਓ ਚਾਹੇ ਸੌਣੀ 'ਚ ਪਾ ਲਓ। ਫਿਰ ਹੁਣ ਇੱਕ ਸਿਫਾਰਿਸ਼ ਕਿਉਂ ਆਉਣ ਲੱਗ ਗਈ? ਪਰ ਮੇਰੀ ਜਿਹੜੀ ਆਪਣੀ ਸਟੱਡੀ ਆ ਉਹਦੇ ਮੁਤਾਬਕ ਇਹ ਆ ਕਿ ਜਿਹੜਾ ਮਤਲਬ ਡੀਏਪੀ ਆ ਉਹ ਆਲਰੇਡੀ ਪਹਿਲੇ ਹੀ ਜ਼ਿਆਦਾ ਸਾਡੀ ਜ਼ਮੀਨ 'ਚ ਪਿਆ। ਇਸ ਕਰਕੇ ਕਿਸਾਨਾਂ ਨੂੰ ਇਸ ਗੱਲ ਤੋਂ ਨਹੀਂ ਡਰਨਾ ਚਾਹੀਦਾ ਕਿ ਯਾਰ ਬਗੈਰ ਡੀਏਪੀ ਤੋਂ ਵੀ ਕਣਕ ਬੀਜ ਜੂਗੀ ਔਰ ਹੋਊਗੀ ਕਣਕ, ਐਸੀ ਕੋਈ ਗੱਲ ਨਹੀਂ ਹੈਗੀ। ਨਾਈਟ੍ਰੋਜਨ ਦੀ ਘਾਟ ਆਉਂਦੀ ਹੈ, ਯੂਰੀਆ ਦੀ ਘਾਟ, ਨਾਈਟ੍ਰੋਜਨ ਦੀ ਘਾਟ ਦਾ ਇੱਕ ਮੁਕਾਬਲਾ ਮੇਰੇ ਮੁਤਾਬਕ ਇਹ ਕੀਤਾ ਜਾ ਸਕਦਾ ਕਿ ਜਿਹੜਾ ਜਿਵੇਂ ਹੁਣ ਆਪਣੇ ਡਾਕਟਰ ਦੋ ਕਿਸਮ ਦੇ ਟੀਕੇ ਲਾਉਂਦਾ, ਇੱਕ ਟੀਕਾ ਲਾਉਂਦਾ ਪੁੜੇ 'ਚ, ਇੱਕ ਟੀਕਾ ਲਾਉਂਦਾ ਨਾੜ 'ਚ। ਪੁੜੇ ਵਾਲਾ ਹੌਲੀ ਹੌਲੀ ਅਸਰ ਕਰਦਾ, ਨਾੜ ਵਾਲਾ ਯਕਦਮ ਅਸਰ ਕਰ ਜਾਂਦਾ। ਅਸੀਂ ਕਹਿੰਦੇ ਕਿ 5 ਕਿਲੋ ਯੂਰੀਆ ਤੁਸੀਂ ਇੱਕ ਵਾਰ ਜੇ ਅਸੀਂ ਕਣਕ ਤੇ ਸਪਰੇਅ ਕਰ ਦਈਏ ਤਾਂ ਉਹ ਨਾੜ 'ਚ ਟੀਕਾ ਲੱਗ ਜੂ, ਬਹੁਤੀ ਨਾਈਟ੍ਰੋਜਨ ਦੀ ਕਮੀ ਨਹੀਂ ਆਉਂਦੀ। ਉਹ ਕਮੀ ਨੂੰ ਇਸ ਤਰੀਕੇ ਨਾਲ ਪੂਰਾ ਕੀਤਾ ਜਾ ਸਕਦਾ, ਜਾਂ ਕਈ ਹੋਰ ਵੀ ਤਰੀਕੇ ਨੇ, ਉਹਦੇ ਤੇ ਡਿਟੇਲ ਤੇ ਗੱਲ ਕੀਤੀ ਜਾ ਸਕਦੀ ਆ ਕਿ ਇਹਨਾਂ ਕੈਮੀਕਲਾਂ ਤੋਂ ਤਾਂ ਦੇਖੋ ਅਲਟੀਮੇਟਲੀ ਸਾਨੂੰ ਖਹਿੜਾ ਛਡਾਉਣਾ ਪੈਣਾ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿਸਾਨ ਫਰੰਟ ਵੱਲੋਂ
ਕਿ ਸਿਰਫ ਰਿਲਾਇੰਸ ਦਾ ਸਮਾਨ ਬਾਈਕਾਟ ਕਰਕੇ ਕੰਮ ਨਹੀਂ ਚੱਲਣਾ, ਸਾਨੂੰ ਡੀਏਪੀ ਦਾ ਔਰ ਯੂਰੀਏ ਦਾ ਵੀ ਬਾਈਕਾਟ ਕਰਨਾ ਪਊਗਾ। ਸਾਨੂੰ ਕੁਦਰਤੀ ਖੇਤੀ ਵਾਲੇ ਪਾਸੇ ਆਉਣਾ ਪਊ, ਫੇਰ ਹੀ ਸਾਡੀ ਸਿਹਤ ਠੀਕ ਹੋਊ, ਫੇਰ ਹੀ ਸਾਡਾ ਅਨਾਜ ਠੀਕ ਹੋਊ, ਫੇਰ ਹੀ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਸੇਵ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਜੋਕਰਾ ਛੱਡ ਸਕਦੇ ਹਾਂ, ਨਹੀਂ ਤਾਂ ਅਸੀਂ ਆਪ ਹੀ ਖਤਮ ਕਰ ਦਿਆਂਗੇ ਇਹਨੂੰ। ਜੀ ਤੁਹਾਨੂੰ ਲੱਗਦਾ ਕਾਨੂੰਨ ਵਾਪਸ ਹੋਣਗੇ ਜਾਂ ਇਹਨਾਂ 'ਚ ਸੋਧ ਹੋਊਗੀ ਕੋਈ? ਨਹੀਂ, ਕਾਨੂੰਨ ਵਾਪਸ ਹੋਣ ਜਾਂ ਨਾ ਹੋਣ ਜੀ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ। ਜਿੰਨਾ ਚਿਰ ਇਹ ਕਾਨੂੰਨ ਨਹੀਂ ਸੀ ਆਏ ਉਦੋਂ ਵੀ ਕਿਸਾਨ ਪੰਜਾਬ ਦੇ ਵਿੱਚ ਖੁਦਕੁਸ਼ੀ ਕਰਦਾ ਸੀ। ਜਦੋਂ ਇਹ ਕਾਨੂੰਨ ਨਹੀਂ ਸੀ ਆਏ ਹਿੰਦੁਸਤਾਨ ਦੇ ਵਿੱਚ ਹਰ 32 ਮਿੰਟ ਬਾਅਦ ਇੱਕ ਕਿਸਾਨ ਸੁਸਾਈਡ ਕਰ ਰਿਹਾ। ਰੌਲਾ ਤਾਂ ਕੁੱਲ ਜਿਹੜੀ ਟੋਟਲ ਸਾਡੀ ਐਗਰੀਕਲਚਰ ਪਾਲਿਸੀ ਆ ਨਾ ਉਹਦੇ ਵਿੱਚ ਤਬਦੀਲੀ ਦਾ, ਔਰ ਜਦੋਂ ਅਸੀਂ ਉਹਦੇ 'ਚ ਤਬਦੀਲੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਲਾਜ਼ਮੀ ਹੈ ਇਹ ਕਾਨੂੰਨ ਵੀ ਪਿੱਛੇ ਹਟ ਜਾਣਗੇ। ਇਹ ਕਾਨੂੰਨ ਵੀ ਬਾਹਲਾ ਚਿਰ ਚੱਲਣੇ ਨਹੀਂ ਹੈਗੇ, ਔਰ ਧੱਕੇ ਨਾਲ ਕੋਈ ਵੀ ਕਾਨੂੰਨ ਆ ਜਿਹੜਾ ਉਹ ਪਬਲਿਕ ਤੇ ਨਹੀਂ ਚੱਲ ਸਕਦਾ। ਭਾਰਤ ਦੀਆਂ 500 ਦੇ ਤਕਰੀਬਨ ਕਿਸਾਨ ਜਥੇਬੰਦੀਆਂ ਨੇ ਏਕਾ ਕਰ ਲਿਆ, ਅੱਗੇ ਕਿੱਦਾਂ ਦਾ ਪ੍ਰੈਸ਼ਰ ਪਊਗਾ ਸੈਂਟਰ ਸਰਕਾਰ? ਨਹੀਂ, ਇਹਦੇ ਨਾਲ ਇਹ ਆ ਕਿ ਦਿੱਲੀ ਜਾ ਕੇ ਇੱਕ ਵੱਡਾ ਪ੍ਰਚਾਰ ਮਿਲਦਾ ਕਿਸੇ ਵੀ ਐਜੀਟੇਸ਼ਨ ਨੂੰ ਜੀ, ਔਰ ਇਹਦੇ ਨਾਲ ਅਗਰ ਜਿਹੜਾ ਦਿੱਲੀ ਵਾਲਾ ਪ੍ਰੋਗਰਾਮ ਆ, ਜੇ ਲੋਕ ਦਿੱਲੀ ਜਾਂਦੇ ਨੇ ਔਰ ਲੱਖਾਂ ਦੀ ਗਿਣਤੀ 'ਚ ਉੱਥੇ ਇਕੱਠੇ ਹੁੰਦੇ ਨੇ ਤਾਂ ਇੱਕ ਲੋਕਾਂ ਨੂੰ ਮੋਰਲ ਸਪੋਰਟ ਮਿਲ ਜਾਂਦੀ ਆ। ਕਿਉਂਕਿ ਅਗਰ ਸਾਡਾ ਬਕਾਊ ਮੀਡੀਆ ਨਹੀਂ ਵੀ ਉਹਨੂੰ ਕਵਰ ਕਰੂਗਾ ਤਾਂ ਕਮ ਸੇ ਕਮ ਜਿਹੜਾ ਚੰਗਾ ਮੀਡੀਆ ਔਰ ਕਮ ਸੇ ਕਮ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਤਾਂ ਉਹਨੂੰ ਕਵਰ ਕਰੂਗਾ ਨਾ, ਔਰ ਫਿਰ ਇਹਦੀ ਗੱਲ ਪੂਰੀ ਦੁਨੀਆ ਦੇ ਵਿੱਚ ਜਾਊਗੀ ਔਰ ਦੁਨੀਆ ਦੇ ਵਿੱਚ ਕਾਰਪੋਰੇਟ ਕੰਪਨੀਆਂ ਨੂੰ ਵੀ ਤਾਂ ਪਤਾ ਲੱਗੂਗਾ ਨਾ ਵੀ ਯਾਰ ਕਿਸਾਨ ਇਹਨਾਂ ਕਾਨੂੰਨਾਂ ਦੇ ਖਿਲਾਫ ਨੇ। ਜੇ ਗੱਲ ਕੀਤੀ ਜਾਵੇ ਬਾਹਰਲੀਆਂ ਸਟੇਟਾਂ ਦੀ, ਜਿੱਦਾਂ ਬਾਹਰ ਹੋ ਗਏ ਕੈਨੇਡਾ, ਅਮਰੀਕਾ, ਉੱਥੋਂ ਵੀ ਕਿਹਾ ਜਾ ਰਿਹਾ ਵੀ ਕਾਨੂੰਨ ਗਲਤ ਨੇ, ਗਲਤ ਰਵੱਈਆ ਅਪਣਾ ਰਹੀ ਹੈ ਸੈਂਟਰ ਸਰਕਾਰ, ਤੁਸੀਂ ਕੀ ਕਹੇਂਗੇ? ਇਹੀ ਤਾਂ ਚੱਕਰ ਆ ਨਾ। ਮਤਲਬ ਜੈਸੇ ਜਿਵੇਂ ਕੈਨੇਡਾ ਗਵਰਨਮੈਂਟ ਨੇ ਕਿਹਾ ਵੀ ਯਾਰ ਇਹ ਕਿਉਂ ਤੁਸੀਂ ਕਿਸਾਨਾਂ ਨੂੰ ਪਰੇਸ਼ਾਨ ਕਰਦੇ ਹੋ, ਜੇ ਉਹਨਾਂ ਨੂੰ ਨਹੀਂ ਇਹ ਚੰਗੇ ਲੱਗਦੇ ਤੁਸੀਂ ਵਿਡਰਾ ਕਰ ਲਓ। ਮਤਲਬ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਵੀ ਆ ਰਿਹਾ, ਬਾਹਰੋਂ ਵੀ ਆ ਰਿਹਾ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਸਰਕਾਰ ਤੇ, ਜਿੱਥੇ ਲੋਕਲ ਕਿਸਾਨਾਂ ਦਾ ਪ੍ਰੈਸ਼ਰ ਆ ਰਿਹਾ ਔਰ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ 2024 ਦੀ ਇਲੈਕਸ਼ਨ ਦਾ ਪ੍ਰੈਸ਼ਰ ਆ ਰਿਹਾ, ਜਿੱਥੇ ਜਿਵੇਂ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਉੱਥੇ ਵੀ ਮੋਦੀ ਸਰਕਾਰ ਤੇ ਇੱਕ ਪ੍ਰੈਸ਼ਰ ਆ, ਔਰ ਆਉਣ ਵਾਲੇ ਦਿਨਾਂ 'ਚ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਆ ਉਹਦੇ ਤੇ ਵੀ ਇੱਕ ਪ੍ਰੈਸ਼ਰ ਆ। ਇਸ ਲਈ ਇਹ ਜਿਹੜਾ ਲੋਕਲ ਪ੍ਰੈਸ਼ਰ ਆ ਔਰ ਇੰਟਰਨੈਸ਼ਨਲ ਪ੍ਰੈਸ਼ਰ ਆ, ਅਗਰ ਲੋਕ ਸਾਡੀ ਇਹ ਸਟਰਗਲ ਆ ਜਿਹੜੀ ਇਹ ਥੋੜੀ ਲੰਬੇ ਰੂਪ ਦੇ ਵਿੱਚ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਇਹ ਕਾਮਯਾਬੀ ਵਾਲੇ ਪਾਸੇ ਵਧੂ। ਤੁਹਾਨੂੰ ਕੀ ਲੱਗਦਾ ਇਦਾਂ ਦਾ ਅੜੀਅਲ ਰਵੱਈਆ ਕਿਉਂ ਅਪਣਾਇਆ ਜਾ ਰਿਹਾ ਸੈਂਟਰ ਸਰਕਾਰ ਵੱਲੋਂ? ਜਦੋਂ ਹਰ ਇੱਕ ਵਰਗ ਵਿਰੋਧ ਕਰ ਰਿਹਾ ਤਾਂ ਉਹਨਾਂ ਨੂੰ ਮੰਨ ਨਹੀਂ ਲੈਣਾ ਚਾਹੀਦਾ ਜੋ ਮੰਗ ਆ ਕਿਸਾਨਾਂ ਦੀ? ਨਹੀਂ, ਅਸਲ ਦੇ ਵਿੱਚ ਜਿਵੇਂ ਮੈਂ ਪਹਿਲਾਂ ਤੁਹਾਨੂੰ ਗੱਲ ਕਹੀ ਸੀ ਨਾ ਵੀ ਜਿਹਦੇ ਕੇਰਾਂ ਸਿੱਧੀ ਉਂਗਲੀ ਘਿਓ ਗਿਆ ਹੋਵੇ ਉਹ ਛੇਤੀ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਮੇਰੀ ਹਰੇਕ ਗੱਲ ਸਹੀ ਹੈ, ਔਰ ਇਹ ਹੌਲੀ ਹੌਲੀ ਉਹਨਾਂ ਨੂੰ ਵੀ ਅਹਿਸਾਸ ਹੋਊਗਾ। ਇਹ ਆਰਐਸਐਸ ਨੂੰ ਵੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਸ਼ਾਇਦ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਐਸੀਆਂ ਜਿਹੜੀਆਂ ਮਤਲਬ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਕੁਝ ਆਰਐਸਐਸ ਦੇ ਲੋਕ ਵੀ ਕਹਿਣ ਲੱਗੇ ਨਾ ਕਿ ਯਾਰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ, ਇਹਨਾਂ ਨੂੰ ਸੁਣ ਲੈਣਾ ਚਾਹੀਦਾ। ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਮੋਦੀ ਜਿਹੜਾ ਬਿਹਾਰ ਦੇ ਵਿੱਚ ਲੋਕਾਂ ਨੂੰ ਸਮਝਾਉਂਦਾ, ਜਿਹੜਾ ਉਹਨੇ 8 ਆਪਣੇ ਮੰਤਰੀ ਲਾਤੇ ਜਿਹਦੇ 'ਚ ਸਮਰਿਤੀ ਇਰਾਨੀ ਵੀ ਆ, ਜਿਹਨੂੰ ਐਂ ਨਹੀਂ ਪਤਾ ਵੀ ਆਲੂ ਧਰਤੀ 'ਚ ਪੈਦਾ ਹੁੰਦਾ ਕਿ ਆਲੂ ਬੱਲੀ ਤੇ ਲੱਗਦਾ ਹੁੰਦਾ, ਉਹ ਲੋਕ ਸਾਨੂੰ ਕਾਨੂੰਨਾਂ ਬਾਰੇ ਸਮਝਾ ਰਹੇ ਨੇ। ਜਦੋਂ ਕਿ ਹੋਣਾ ਇਹ ਚਾਹੀਦਾ ਕਿ ਐਗਰੀਕਲਚਰ ਮਿਨਿਸਟਰ ਬੈਠੇ ਔਰ ਉਹਦੇ ਨਾਲ ਕੋਈ ਹੋਰ ਕੈਬਨਿਟ ਮਿਨਿਸਟਰ ਬੈਠੇ, ਉਹ ਸਾਡੇ ਨਾਲ ਮਤਲਬ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਔਰ ਉਹ ਗੱਲ ਕਰਕੇ ਔਰ ਉਦੋਂ ਬਾਅਦ ਮੋਦੀ ਬੈਠੇ ਔਰ ਉਹ ਜਿੰਨਾ ਵੀ ਕੋਈ ਇਤਰਾਜ਼ ਨੇ ਉਹਨੂੰ ਦੂਰ ਕਰਕੇ, ਜਿਵੇਂ ਪੰਜਾਬ ਗਵਰਨਮੈਂਟ ਨੇ ਵੀ ਤਾਂ ਸੋਧਾਂ ਹੀ ਕੀਤੀਆਂ ਨੇ ਕੁਛ ਔਰ ਜਿਹਦੇ ਕਰਕੇ ਅਸੀਂ ਇਹ ਮੰਗ ਕਰ ਰਹੇ ਹਾਂ, ਸਾਡੀ ਇਹ ਮੰਗ ਆ ਕਿ ਯਾਰ ਕੱਲਾ ਝੋਨੇ ਔਰ ਕਣਕ ਦੀ ਐਮਐਸਪੀ ਨਾਲ ਕੰਮ ਨਹੀਂ ਚੱਲਣਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਸੁਖਦੇਵ ਸਿੰਘ ਜੀ। ਇਹਨਾਂ ਦਾ ਕਹਿਣਾ ਹੈ ਕਿ ਸੈਂਟਰ ਸਰਕਾਰ ਵੱਲੋਂ ਲਿਆਂਦੇ ਗਏ ਜੋ ਖੇਤੀ ਕਾਨੂੰਨ ਨੇ ਉਹਨਾਂ ਨੂੰ ਕਿਸਾਨ ਹਰ ਹਾਲਤ 'ਚ ਰੱਦ ਕਰਵਾ ਕੇ ਰਹਿਣਗੇ, ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਦਿੱਲੀ ਦਾ ਰੁਖ ਕੀਤਾ ਜਾਊਗਾ ਤਾਂ ਦਿੱਲੀ ਵੀ ਵੱਡੇ ਇਕੱਠ ਕੀਤੇ ਜਾਣਗੇ ਤਾਂ ਕਿ ਸੈਂਟਰ ਸਰਕਾਰ ਦਾ ਅੜੀਅਲ ਰਵੱਈਆ ਝੁਕਾਇਆ ਜਾ ਸਕੇ। ਪਾਸੋਂ ਤੋਂ ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।